ਸਤਿ ਸ਼੍ਰੀ ਅਕਾਲ ਜੀ। ਮੈਂ 2-3 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਕਿ ਮੈਂ 899 ਇੰਗਲਿਸ਼ ਮਾਸਟਰ ਕੈਡਰ ਦੀ ਜੋ ਪੋਸਟ ਸੀ ਉਸ ਵਿੱਚ ਜਨਰਲ ਕੈਟਾਗਰੀ ਔਰ EWS ਕੈਟਾਗਰੀ ਦਾ ਜੋ ਸਿਲੈਕਸ਼ਨ ਕ੍ਰਾਈਟੀਰੀਆ ਜਾਂ ਉਸ ਦਾ ਜੋ ਰਿਜ਼ਰਵੇਸ਼ਨ ਬੈਨੀਫਿਟਸ ਹੈ ਉਹਦੇ ਬਾਰੇ ਮੈਂ ਇੱਕ ਵੀਡੀਓ ਪਾਈ ਸੀ ਔਰ ਕਾफ़ी ਲੋਕਾਂ ਦੇ ਮੈਨੂੰ फ़ोन ਵੀ ਆਏ। ਉਹਨਾਂ ਨੇ ਕਿਹਾ ਕਿ ਤੁਸੀਂ ਕਾफ़ੀ ਹੱਦ ਤੱਕ ਡਾਊਟਸ ਕਲੀਅਰ ਕਰਤੇ ਨੇ, ਲੇਕਿਨ ਕੁਛ ਲੋਕਾਂ ਦੇ ਡਾਊਟਸ ਹਾਲੇ ਵੀ ਨੇ। ਕੁਛ ਲੋਕਾਂ ਨੇ ਜੋ ਮੈਨੂੰ ਕੁਐਸਚਨ ਪੁੱਛੇ ਔਰ ਉਹਨਾਂ ਦਾ ਮੈਂ ਅੱਜ ਤੁਹਾਨੂੰ ਕਲੈਰੀਫਿਕੇਸ਼ਨ ਦੇਣਾ। ਸ਼ਾਇਦ ਤੁਹਾਡੇ ਦਿਮਾਗ ਦੇ ਵਿੱਚ ਵੀ ਕੁਛ ਇਸ ਤਰ੍ਹਾਂ ਦੀ ਚੀਜ਼ ਹੋਵੇ ਕਿ ਤੁਹਾਡਾ ਵੀ ਕੁਛ ਉਸ ਤਰ੍ਹਾਂ ਦਾ ਵੀ ਕੁਐਸਚਨ ਹੋ ਸਕਦਾ ਹੈ। ਤਾਂ ਪਹਿਲਾਂ ਜੋ ਕੁਐਰੀ ਹੈ ਕਿ ਮੈਂ ਜਨਰਲ ਵਿੱਚ ਫੋਰਮ ਹੀ ਨਹੀਂ ਭਰਿਆ, ਮੈਂ ਓਨਲੀ EWS ਵਿੱਚ ਭਰਿਆ ਹੈ, ਕੀ ਮੈਂ ਜਨਰਲ ਵਿੱਚ ਕੰਸੀਡਰ ਹੋ ਸਕਦਾ? ਤਾਂ ਉਹਦਾ ਆਨਸਰ ਹੈ ਯੈਸ, ਤੁਸੀਂ ਜਨਰਲ ਦੇ ਵਿੱਚ ਕੰਸੀਡਰ ਹੋ ਸਕਦੇ ਹੋ। ਇਹ ਦੁਨੀਆ ਦੀ ਕੋਈ ਤਾਕਤ ਨਹੀਂ ਹੈਗੀ ਕਿ ਜਨਰਲ ਦੇ ਬਰਾਬਰ ਮਾਰਕਸ ਲੈ ਲੇ ਔਰ ਤੁਹਾਨੂੰ ਜਨਰਲ ਦੇ ਵਿੱਚ ਕੰਸੀਡਰ ਨਾ ਕਰਨ। ਦੇਖੋ, ਤੁਹਾਡਾ ਕੋਈ ਵੀ ਸਰਟੀਫਿਕੇਟ ਸਪੋਜ਼ ਜੋ ਕੱਲ੍ਹ ਨੂੰ SC BC ਕੈਟਾਗਰੀ ਵਾਲੇ ਜਾਂ ਕੋਈ ਵੀ ਕੈਟਾਗਰੀ ਵਾਲੇ, ਹੋ ਸਕਦਾ ਉਹਨਾਂ ਦੇ ਕੋਈ ਸਰਟੀਫਿਕੇਟ ਦੇ ਵਿੱਚ ਪ੍ਰੋਬਲਮ ਆ ਜਾਏ ਔਰ ਉਹ ਸਿਲੈਕਟ ਨਾ ਹੋ ਪਾਉਣ ਉਸ ਕੈਟਾਗਰੀ ਦੇ ਵਿੱਚ। ਇਸ ਦਾ ਮਤਲਬ ਇਹ ਤਾਂ ਨਹੀਂ ਕਿ ਉਹ ਓਪਨ ਦੇ ਵਿੱਚ ਨਹੀਂ ਹੋ ਪਾਉਣਗੇ। ਇਸੇ ਤਰ੍ਹਾਂ ਹੀ EWS ਦੇ ਵਿੱਚ ਹੈ ਕਿ ਅਗਰ ਤੁਹਾਡਾ EWS ਦਾ ਸਰਟੀਫਿਕੇਟ ਤੁਸੀਂ ਨਹੀਂ ਦੇਣਾ ਚਾਹੁੰਦੇ ਔਰ ਤੁਸੀਂ ਓਪਨ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਉੱਥੇ ਤੁਸੀਂ ਓਪਨ ਦੇ ਵਿੱਚ ਹੀ ਜਾ ਸਕਦੇ ਹੋ। ਕਿਉਂਕਿ ਦੇਖੋ, ਸੁਪਰੀਮ ਕੋਰਟ ਨੇ ਕਿਹਾ ਹੈ ਕਿ ਓਪਨ ਕੈਟਾਗਰੀ ਇਜ਼ ਓਪਨ ਫॉर ऑल, ਚਾਹੇ ਕੋਈ ਵੀ ਕੈਟਾਗਰੀ ਹੋ, ਚਾਹੇ ਹੌਰੀਜ਼ੌਂਟਲ ਰਿਜ਼ਰਵੇਸ਼ਨ ਹੈ ਚਾਹੇ ਵਰਟੀਕਲ ਰਿਜ਼ਰਵੇਸ਼ਨ ਹੈ, ਓਪਨ ਕੈਟਾਗਰੀ ਵਿੱਚ ਕੋਈ ਵੀ ਜਾ ਸਕਦਾ। ਓਪਨ ਦਾ ਮਤਲਬ ਹੈ ਕਿ ਓਪਨ ਫॉर ऑल, ਕੋਈ ਡਿਨਾਈ ਨਹੀਂ ਕਰ ਸਕਦਾ ਕਿ ਨਹੀਂ ਜੀ ਤੁਹਾਨੂੰ ਓਪਨ ਦੇ ਵਿੱਚ ਸੀਟ ਨਹੀਂ ਮਿਲੇਗੀ। ਅਗਰ ਤੁਸੀਂ EWS ਦੇ ਵਿੱਚ ਫੋਰਮ ਭਰਿਆ ਲੇਕਿਨ ਤੁਸੀਂ ਜਾਣਾ ਓਪਨ ਦੇ ਵਿੱਚ ਚਾਹੁੰਦੇ ਹੋ ਜਾਂ ਜਨਰਲ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ। ਦੂਸਰੀ ਕੁਐਰੀ ਕਿ ਮੈਂ EWS ਵਿੱਚ ਜਾਵਾਂ ਤਾਂ ਮੇਰਾ ਕੀ ਨੁਕਸਾਨ ਹੈ? ਚਲੋ, ਬੈਨੀਫਿਟ ਤਾਂ ਰਿਜ਼ਰਵੇਸ਼ਨ ਦਾ ਹਰ ਕਿਸੇ ਨੂੰ ਮਿਲਦਾ ਹੈ, ਲੇਕਿਨ ਕੁਛ ਲੋਕ ਪੁੱਛ ਰਹੇ ਕਿ ਨੁਕਸਾਨ ਕੀ ਹੈ। ਤਾਂ ਨੁਕਸਾਨ ਤਾਂ ਦੇਖੋ ਜੀ ਕੁਛ ਨਹੀਂ ਹੈ। ਅਗਰ ਤੁਸੀਂ ਜਾਣਾ ਚਾਹੋ EWS ਵਿੱਚ ਵੀ ਜਾ ਸਕਦੇ ਹੋ, ਲੇਕਿਨ ਇਹ ਹੈ ਕਿ ਸਪੋਜ਼ ਕੱਲ੍ਹ ਨੂੰ ਕੋਈ ਤੁਹਾਡੀ ਇਨਕੁਆਇਰੀ ਕਰ ਦਿੰਦਾ ਹੈ ਕਿ ਨਹੀਂ ਜੀ ਇਹਨਾਂ ਕੋਲ ਤਾਂ ਇਹਨਾਂ ਦੀ ਇਨਕਮ, ਫੈਮਿਲੀ ਇਨਕਮ ਜੀ 8 ਲੱਖ ਤੋਂ ਉੱਪਰ ਹੈ, ਇਹਨਾਂ ਦੇ ਤਾਂ ਫਾਦਰ ਸਾਹਿਬ ਦੇ ਨਾਂ 'ਤੇ ਇੰਨੀ ਪ੍ਰੋਪਰਟੀ ਹੈ ਔਰ ਉਹ ਕੱਲ੍ਹ ਨੂੰ ਇਹਨਾਂ ਦੇ ਨਾਮ ਹੀ ਹੋਣੀ ਹੈ, ਇਹਨਾਂ ਦੇ ਫਾਦਰ ਸਾਹਿਬ ਕੋਲ ਤਾਂ ਇੰਨੀ ਜ਼ਮੀਨ ਹੈ, ਉਹਦੇ ਵਿੱਚ ਇਹਨਾਂ ਦਾ ਵੀ ਹਿੱਸਾ ਹੈ। ਉਹ ਇਸ ਤਰ੍ਹਾਂ ਨਾਲ ਕੀ ਹੈ ਕਿ ਕੱਲ੍ਹ ਨੂੰ ਆਪਾਂ ਆਪਣੇ ਦੇ ਉੱਪਰ ਕਿਉਂ ਰੱਖਣਾ ਸਿਸਟਮ ਕਿ ਜਦੋਂ ਆਪਣੇ ਮਾਰਕਸ ਇਕੁਅਲ ਹੈ ਤਾਂ ਆਪਾਂ ਕਿਉਂ ਨਾ ਜਨਰਲ ਵਿੱਚ ਜਾਈਏ, ਆਪਾਂ ਕਿਉਂ ਆਪਣਾ EWS ਸਰਟੀਫਿਕੇਟ ਦਿਖਾਈਏ, ਕਿਉਂ ਆਪਣਾ ਇੱਕ ਪੇਪਰ ਦਈਏ ਕਿ ਜਿਹਦੇ ਨਾਲ ਕਿ ਆਪਾਂ ਨੂੰ ਕੋਈ ਵੀ ਕੱਲ੍ਹ ਨੂੰ ਚੈਲੰਜ ਕਰ ਸਕੇ। ਅਗਲੇ ਦਾ ਕੁਛ ਨਹੀਂ ਜਾਣਾ, ਅਗਲੇ ਦੀ ਸਿਰਫ 50-100 ਰੁਪਏ ਦੀ ਇੱਕ ਐਪਲੀਕੇਸ਼ਨ ਲੱਗੇਗੀ। ਉਹਦੇ ਨਾਲ ਕੀ ਹੈ ਕਿ ਤੁਸੀਂ ਉਸ ਐਪਲੀਕੇਸ਼ਨ ਨਾਲ ਅਗਲਾ ਬੰਦਾ ਟੰਗਿਆ ਜਾਂਦਾ ਹੈ ਜੀ, ਠੀਕ ਹੈ। ਕੁਛ ਗੌਰਮੈਂਟ ਜੋਬਸ ਵਾਲਿਆਂ ਦੇ ਰੂਲਸ ਇਹੋ ਜਿਹੇ ਹੁੰਦੇ ਹੈ, ਠੀਕ ਹੈ। ਚਲੋ, ਹੁਣ ਤੀਸਰੀ ਕੁਐਰੀ ਵੱਲ ਵੱਧਦੇ ਹਾਂ ਕਿ ਜਦੋਂ ਹੁਣ ਮੈਂ ਜੁਆਇਨ ਹੋ ਜਾਂ ਕਿ ਮੈਂ ਓਪਨ ਵਿੱਚ ਸੀਟ ਲੈ ਲਾਂ ਤਾਂ ਉਸ ਤੋਂ ਬਾਅਦ ਪ੍ਰਮੋਸ਼ਨ ਟਾਈਮ ਕੋਈ ਦਿੱਕਤ ਆਏਗੀ ਕਿ ਜਨਰਲ ਨੂੰ ਪ੍ਰਮੋਸ਼ਨ ਲੇਟ ਮਿਲੇ, EWS ਨੂੰ ਜਲਦੀ ਮਿਲੇ, ਇਸ ਤਰ੍ਹਾਂ ਦਾ ਕੋਈ ਸਿਸਟਮ? ਤਾਂ ਦੇਖੋ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰਮੋਸ਼ਨ ਦੇ ਵਿੱਚ ਹਾਲੇ ਤੱਕ EWS ਕੋਟਾ ਲਾਗੂ ਹੀ ਨਹੀਂ ਹੋਇਆ। ਤੀਸਰੀ ਗੱਲ ਇਹ ਹੈ ਕਿ ਅਗਰ ਤੁਸੀਂ 2-3 ਸਾਲ ਬਾਅਦ 4 ਸਾਲ ਬਾਅਦ ਪ੍ਰਮੋਸ਼ਨ ਲਈ ਐਲੀਜੀਬਲ ਹੁੰਦੇ ਹੋ ਤਾਂ ਤੁਹਾਡੀ ਸੈਲਰੀ ਤਕਰੀਬਨ 70-80 ਹਜ਼ਾਰ ਹੋ ਜਾਂਦੀ ਹੈ। ਤਾਂ ਤੁਸੀਂ ਵੈਸੇ ਵੀ EWS ਵਿੱਚ ਨਹੀਂ ਆ ਪਾਓਗੇ, ਕਿਉਂਕਿ ਦੇਖੋ ਜੋਬ ਤੋਂ ਬਾਅਦ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਆਪਣਾ ਮਕਾਨ, ਅਗਰ ਆਪਣਾ ਤੁਸੀਂ ਵੱਡਾ ਮਕਾਨ ਬਣਾ ਲਓਗੇ ਤਾਂ ਉਹ ਤੁਸੀਂ ਆਟੋਮੈਟਿਕਲੀ EWS ਤੋਂ ਕੱਟੇ ਜਾਓਗੇ, ਠੀਕ ਹੈ। ਚਲੋ, ਚੌਥੀ ਕੁਐਰੀ ਆਈ ਸੀ ਕਿ ਜੀ ਮੇਰੇ ਫਾਦਰ ਦੇ ਨਾਂ 'ਤੇ ਤਾਂ ਪ੍ਰੋਪਰਟੀ ਹੈ, ਕਿ ਕੱਲ੍ਹ ਨੂੰ ਮੈਨੂੰ ਪ੍ਰੋਬਲਮ ਆਏਗੀ? ਤਾਂ ਉਹਦੇ ਲਈ ਯੈਸ, ਪ੍ਰੋਬਲਮ ਆ ਸਕਦੀ ਹੈ। ਅਗਰ ਫਾਦਰ ਦੇ ਨਾਂ 'ਤੇ ਪ੍ਰੋਪਰਟੀ ਹੈ ਔਰ ਤੁਸੀਂ ਉਹਦੇ ਪ੍ਰੋਪਰ ਉਸ ਪ੍ਰੋਪਰਟੀ ਦੇ ਵਿੱਚੋਂ ਤੁਹਾਨੂੰ ਵੀ ਹਿੱਸਾ ਮਿਲਣਾ ਹੈ, ਇਸ ਲਈ ਕਦੇ ਨਾ ਕਦੇ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ। ਦੇਖੋ ਜੀ, ਕਿਸੇ ਦਾ ਆਪਾਂ ਨੂੰ ਕੀ ਪਤਾ ਹੈ ਆਪਣੇ ਕਿਹੜਾ ਬੰਦਾ ਕਦੋਂ ਐਪਲੀਕੇਸ਼ਨ ਉੱਠ ਕੇ ਲਗਾ ਦੇ, ਤਾਂ ਆਪਾਂ ਨੂੰ ਪ੍ਰੋਬਲਮ ਹੋ ਸਕਦੀ ਹੈ ਨਾ। ਇਸੇ ਤਰ੍ਹਾਂ ਹੀ ਕਿਉਂਕਿ ਦੇਖੋ ਬਾਕੀ ਜੋ ਰਿਜ਼ਰਵ ਕੈਟਾਗਰੀਜ਼ ਨੇ ਉਹ ਉਹਨਾਂ ਨੂੰ ਕਾਸਟ ਬੇਸਡ ਮਿਲੀਆਂ ਹੋਈਆਂ ਕਿ ਅਗਰ ਉਹਨਾਂ ਦੇ ਫਾਦਰ ਉਸ ਕਾਸਟ ਦੇ ਵਿੱਚ ਆਉਂਦੇ ਹੈ, ਸਪੋਜ਼ SC ਹੈ ਜਾਂ BC ਹੈ, ਕੋਈ ਵੀ ਕੈਟਾਗਰੀ ਹੈ, ਉਹ ਕਾਸਟ ਬੇਸਡ ਨੇ ਤਾਂ ਕੀ ਹੈ ਉਹਨਾਂ ਨੂੰ ਆਪਣੇ ਫਾਦਰ ਦੇ ਨਾਂ 'ਤੇ ਆਟੋਮੈਟਿਕਲੀ ਉਹ ਮਿਲ ਜਾਂਦੀ ਹੈ। ਲੇਕਿਨ EWS ਦੇ ਵਿੱਚ ਇਸ ਤਰ੍ਹਾਂ ਨਹੀਂ ਹੈ ਕਿ ਇਹ ਹੈ ਜੀ ਮੇਰੇ ਫਾਦਰ ਸਾਹਿਬ ਤਾਂ ਬਹੁਤ ਗਰੀਬ ਹੈ ਜੀ, ਕੀ ਮੈਨੂੰ EWS ਮਿਲੇਗਾ? ਨਹੀਂ। ਅਗਰ ਤੁਹਾਡੇ ਕੋਲ 8 ਲੱਖ ਤੋਂ ਜ਼ਿਆਦਾ ਅਗਰ ਤੁਹਾਡੀ ਇਨਕਮ ਹੈ ਔਰ ਤੁਹਾਡੇ ਕੋਲ ਜੇ ਉਹ ਕੰਡੀਸ਼ਨ ਰੱਖਦੇ ਆ ਕਿ ਇਸ ਤੋਂ 200 ਗਜ਼ ਤੋਂ ਉੱਪਰ ਮਕਾਨ ਹੋਏਗਾ ਤਾਂ ਤੁਸੀਂ ਨਹੀਂ ਬਣਾ ਪਾਓਗੇ, ਜਾਂ ਇੰਨੀ ਜ਼ਮੀਨ ਹੋਏਗੀ 2 ਕਿੱਲੇ ਤੋਂ ਉੱਪਰ ਤੁਹਾਡੇ ਕੋਲ ਜ਼ਮੀਨ ਹੋਏਗੀ ਤਾਂ ਤੁਸੀਂ ਨਹੀਂ ਬਣਾ ਪਾਓਗੇ, ਉਹ ਕੰਡੀਸ਼ਨਸ ਹੁੰਦੀਆਂ, ਉਹ ਤੁਹਾਡੇ ਲਈ ਤੁਹਾਡੀਆਂ ਅਲੱਗ ਕੰਡੀਸ਼ਨਸ ਹੈ ਨਾ। ਤਾਂ ਇਸ ਕਰਕੇ ਤੁਸੀਂ ਕੈਟਾਗਰੀ ਚੂਜ਼ ਕਰਨ ਲੱਗੇ ਸੋਚ ਸਮਝ ਕੇ